स्टूडेंट्स ਆਪਾਂ ਆਪਣੀ ਜਮਾਤ 8ਵੀਂ ਦੀ ਪਾਠ ਪੁਸਤਕ ਵਿਆਕਰਨ ਦੀ ਪਾਠ ਪੁਸਤਕ ਦਾ ਪਾਠ ਪਹਿਲਾ, ਜਿਸ ਦਾ ਨਾਮ ਹੈ ਬੋਲੀ ਜਾਂ ਭਾਸ਼ਾ ਅਤੇ ਵਿਆਕਰਨ। ਉਸ ਦੇ ਵਿੱਚੋਂ ਬੱਚੇ ਆਪਾਂ ਬੋਲੀ ਬਾਰੇ ਪੜ੍ਹ ਚੁੱਕੇ ਹਾਂ। ਅੱਜ ਆਪਾਂ ਵਿਆਕਰਨ ਬਾਰੇ ਪੜ੍ਹਾਂਗੇ। ਪਹਿਲਾਂ ਆਪਾਂ ਬੋਲੀ ਬਾਰੇ ਥੋੜ੍ਹੀ ਜਿਹੀ ਰਿਵੀਜ਼ਨ ਕਰਦੇ ਕਿ ਬੋਲੀ ਕੀ ਹੁੰਦੀ ਹੈ। ਬੱਚੇ, ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਨਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਬੋਲੀ। ਜਿਵੇਂ ਆਪਾਂ ਰੋਜ਼ਾਨਾ ਹੀ ਆਪਾਂ ਸਾਰੇ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਗੱਲਬਾਤ ਕਰਦੇ ਹਾਂ ਤਾਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਬੋਲੀ। ਬੋਲੀ ਦੀਆਂ ਬੱਚੇ ਦੋ ਕਿਸਮਾਂ ਹੁੰਦੀਆਂ ਹਨ, ਮੌਖਿਕ ਬੋਲੀ ਜਾਂ ਲਿਖਤੀ ਬੋਲੀ। ਮੌਖਿਕ ਬੋਲੀ ਨੂੰ ਆਪਾਂ ਬੋਲਚਾਲ ਦੀ ਬੋਲੀ ਵੀ ਕਹਿ ਸਕਦੇ ਹਾਂ। ਬੋਲਚਾਲ ਦੀ ਬੋਲੀ ਕੀ ਹੁੰਦੀ ਹੈ? ਜਦੋਂ ਅਸੀਂ ਕਿਸੇ ਨੂੰ ਬੋਲ ਕੇ ਆਪਣੀ ਗੱਲ ਸਮਝਾਉਂਦੇ ਹਾਂ ਅਤੇ ਦੂਸਰਾ ਉਸ ਨੂੰ ਗੱਲ ਨੂੰ ਸਮਝ ਜਾਂਦਾ ਹੈ ਤਾਂ ਉਹ ਬੋਲੀ ਦਾ ਮੌਖਿਕ ਰੂਪ ਹੁੰਦਾ ਹੈ। ਮੌਖਿਕ ਬੋਲੀ ਜਾਂ ਭਾਸ਼ਾ ਦੀ ਵਰਤੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਗੱਲਬਾਤ ਕਰਨ ਸਮੇਂ ਅਸੀਂ ਕਰਦੇ ਹਾਂ। ਤਾਂ ਜਿਹੜੀ ਮੌਖਿਕ ਬੋਲੀ ਹੁੰਦੀ ਹੈ ਉਹਦੇ ਵਿੱਚ ਆਪਾਂ ਕੋਈ ਨਾ ਕੋਈ ਸ਼ਬਦ ਅਧੂਰਾ ਛੱਡ ਸਕਦੇ ਹਾਂ ਤਾਂ ਦੂਸਰਾ ਵੀ ਉਸ ਗੱਲ ਨੂੰ ਸਮਝ ਜਾਂਦਾ ਹੈ। ਪਰ ਜਿਹੜੀ ਲਿਖਤੀ ਬੋਲੀ ਹੁੰਦੀ ਹੈ, ਲਿਖਤੀ ਬੋਲੀ ਕੀ ਹੁੰਦੀ ਹੈ ਬੱਚਿਓ? ਜਦੋਂ ਅਸੀਂ ਕਿਸੇ ਨੂੰ ਲਿਖ ਕੇ ਆਪਣੀ ਗੱਲ ਸਮਝਾਉਂਦੇ ਹਾਂ ਅਤੇ ਉਹ ਪੜ੍ਹ ਕੇ ਉਸ ਗੱਲ ਨੂੰ ਸਮਝਦਾ ਹੈ ਤਾਂ ਉਹ ਬੋਲੀ ਦਾ ਲਿਖਤੀ ਰੂਪ ਹੁੰਦਾ ਹੈ। ਜਿਹੜੀ ਬੱਚਿਓ ਲਿਖਤੀ ਬੋਲੀ ਹੁੰਦੀ ਹੈ ਉਹ ਵਿਆਕਰਨ ਦੇ ਨਿਯਮਾਂ ਅਨੁਸਾਰ ਬੱਝੀ ਹੁੰਦੀ ਹੈ। ਪਰ ਜਿਹੜੀ ਮੌਖਿਕ ਬੋਲੀ ਹੁੰਦੀ ਆ ਉਹਦੇ ਵਿੱਚ ਕੋਈ ਵਿਆਕਰਨ ਦੇ ਨਿਯਮਾਂ ਦੀ ਖਾਸ ਮਹੱਤਤਾ ਨਹੀਂ ਹੁੰਦੀ। ਮਤਲਬ ਮੌਖਿਕ ਬੋਲੀ ਦੇ ਵਿੱਚ ਆਪਾਂ ਕੋਈ ਵੀ ਸ਼ਬਦ ਜਿਹੜਾ ਅਧੂਰਾ ਛੱਡ ਸਕਦੇ ਹਾਂ, ਪਰ ਲਿਖਤੀ ਬੋਲੀ ਦੇ ਵਿੱਚ ਆਪਾਂ ਕੋਈ ਵੀ ਸ਼ਬਦ ਅਧੂਰਾ ਨਹੀਂ ਛੱਡ ਸਕਦੇ ਅਤੇ ਸਾਰੇ ਜਿਹੜੇ ਵਿਆਕਰਨ ਦੇ ਨਿਯਮ ਆ ਉਹਦੇ ਵਿੱਚ ਉਹ ਲਿਖਤੀ ਬੋਲੀ ਬੱਝੀ ਹੁੰਦੀ ਹੈ। ਅਖਬਾਰਾਂ, ਰਸਾਲਿਆਂ ਅਤੇ ਪਾਠ ਪੁਸਤਕਾਂ ਆਦਿ ਦੇ ਵਿੱਚ ਕੀ ਹੈ? ਇਹ ਲਿਖਤੀ ਬੋਲੀ ਵਰਤੀ ਜਾਂਦੀ ਹੈ। ਅੱਗੇ ਆ ਬੱਚਿਓ ਪੰਜਾਬ ਦੀਆਂ ਉਪਭਾਸ਼ਾਵਾਂ। ਉਪਭਾਸ਼ਾ ਬੱਚਿਓ ਕਿਹੜੀ ਹੁੰਦੀ ਹੈ ਕਿ ਇੱਕ ਪ੍ਰਾਂਤ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦੇ ਜੋ ਵੱਖ-ਵੱਖ ਰੂਪ ਮਿਲਦੇ ਆ ਉਹਨਾਂ ਨੂੰ ਉਪਭਾਸ਼ਾਵਾਂ ਕਿਹਾ ਜਾਂਦਾ ਹੈ। ਅਤੇ ਪੰਜਾਬ ਦੀਆਂ ਚਾਰ ਮੁੱਖ ਉਪਭਾਸ਼ਾਵਾਂ ਮਾਝੀ, ਦੁਆਬੀ, ਮਲਵਈ ਅਤੇ ਪੁਆਧੀ। ਹੁਣ ਇਹ ਚਾਰੇ ਭਾਸ਼ਾਵਾਂ ਬਾਰੇ ਦੱਸਿਆ ਹੋਇਆ ਕਿ ਕਿਹੜੀ ਉਪਭਾਸ਼ਾ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ। ਸਾਰੀ ਆਪਾਂ ਚੰਗੀ ਤਰ੍ਹਾਂ ਯਾਦ ਕਰਨੀ ਹੈ। ਅੱਗੇ ਟਕਸਾਲੀ ਭਾਸ਼ਾ, ਮਾਂ ਬੋਲੀ, ਰਾਜ ਭਾਸ਼ਾ ਅਤੇ ਅੰਤਰਰਾਸ਼ਟਰੀ ਭਾਸ਼ਾ ਬਾਰੇ ਦੱਸਿਆ ਹੋਇਆ। ਟਕਸਾਲੀ ਭਾਸ਼ਾ ਜਿਵੇਂ ਕਿ ਇਹ ਪੰਜਾਬ ਵਿੱਚ ਵਰਤੀ ਜਾਂਦੀ ਸਰਬ ਸਾਂਝੀ ਭਾਸ਼ਾ ਨੂੰ ਟਕਸਾਲੀ ਜਾਂ ਮਿਆਰੀ ਭਾਸ਼ਾ ਕਿਹਾ ਜਾਂਦਾ ਹੈ। ਅਤੇ ਕੀ ਹੈ ਜਿਹੜੀ ਇਹ ਪੰਜਾਬੀ ਵਿੱਚ ਕੀ ਹੈ? ਰੇਡੀਓ, ਟੈਲੀਵਿਜ਼ਨ, ਸਮਾਚਾਰ ਪੱਤਰਾਂ ਅਤੇ ਪਾਠ ਪੁਸਤਕਾਂ ਦੀ ਜਿਹੜੀ ਭਾਸ਼ਾ ਉਹ ਟਕਸਾਲੀ ਭਾਸ਼ਾ ਦੀ ਉਦਾਹਰਨ ਹੈ। ਮਾਂ ਬੋਲੀ ਕਿਹੜੀ ਹੁੰਦੀ ਹੈ? ਜਿਹੜੀ ਆਪਾਂ ਆਪਣੇ ਜਨਮ ਤੋਂ ਹੀ ਸਿੱਖਦੇ ਹਾਂ ਅਤੇ ਆਪਣੀ ਮਾਂ ਬੋਲੀ ਕਿਹੜੀ ਹੈ? ਪੰਜਾਬੀ। ਰਾਜ ਭਾਸ਼ਾ ਜਿਹੜੀ ਹੁੰਦੀ ਹਰ ਪ੍ਰਾਂਤ ਦੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੁੰਦਾ ਹੈ ਅਤੇ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਕੀ ਹੈ? ਪੰਜਾਬੀ ਹੈ। ਅੰਤਰਰਾਸ਼ਟਰੀ ਭਾਸ਼ਾ ਜਿਹੜੀ ਕੀ ਹੈ? ਉਹ ਭਾਸ਼ਾ ਜਿਹੜੀ ਕਿਸੇ ਦੇਸ਼ ਦੇ ਲੋਕਾਂ ਨੂੰ ਦੂਸਰੇ ਦੇਸ਼ਾਂ ਨਾਲ ਜੋੜਨ ਦਾ ਕੰਮ ਕਰੇ ਅਤੇ ਉਸ ਨੂੰ ਕੀ ਕਹਿ ਦਿੰਦੇ ਹਾਂ? ਅੰਤਰਰਾਸ਼ਟਰੀ ਭਾਸ਼ਾ। ਅਤੇ ਸੰਸਾਰ ਦੇ ਜਿਹੜੇ ਜ਼ਿਆਦਾਤਰ ਦੇਸ਼ ਹੁੰਦੇ ਆ ਉਸੇ ਭਾਸ਼ਾ ਦਾ ਪ੍ਰਯੋਗ ਕਰਦੇ ਅਤੇ ਕੰਮ ਕਾਜ ਵਿੱਚ ਉਹ ਉਸ ਭਾਸ਼ਾ ਨੂੰ ਪ੍ਰਯੋਗ ਕਰਦੇ। ਅਤੇ ਜਿਹੜੀ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਕਿਹਨੂੰ ਪ੍ਰਾਪਤ ਆ? ਅੰਗਰੇਜ਼ੀ ਨੂੰ। ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਹੁਣ ਆਪਾਂ ਬੱਚੇ ਵਿਆਕਰਨ ਬਾਰੇ ਪੜ੍ਹਾਂਗੇ। ਵਿਆਕਰਨ ਬੱਚਿਓ ਕੀ ਹੁੰਦਾ ਕਿ ਜਿਵੇਂ ਆਪਾਂ ਪਹਿਲਾਂ ਵੀ ਹੁੰਦੇ ਵਿਆਕਰਨ ਦੇ ਭਾਸ਼ਾ ਨੂੰ ਲਿਖਣ ਦੇ ਜਿਹੜੇ ਨਿਯਮ ਹੁੰਦੇ ਆ ਉਹਨਾਂ ਨੂੰ ਵਿਆਕਰਨ ਕਹਿ ਦਿੰਦੇ ਆ। ਭਾਸ਼ਾ ਦੇ ਕਈ ਅੰਗ ਹਨ ਜਿਵੇਂ ਧੁਨੀਆਂ, ਸ਼ਬਦ, ਅਰਥ ਅਤੇ ਵਾਕ। ਇਹਨਾਂ ਅੰਗਾਂ ਪਿੱਛੇ ਕਈ ਨਿਯਮ ਕੰਮ ਕਰਦੇ ਹਨ। ਇਹਨਾਂ ਨਿਯਮਾਂ ਦੇ ਸਮੂਹ ਜਾਂ ਇਕੱਠ ਨੂੰ ਹੀ ਵਿਆਕਰਨ ਕਹਿੰਦੇ ਹਨ। ਦੂਸਰੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਹਿੰਦੇ ਹਨ। ਭਾਸ਼ਾ ਸੰਬੰਧੀ ਨਿਯਮ ਕਿਤੇ ਬਾਹਰੋਂ ਨਹੀਂ ਲਏ ਜਾਂਦੇ, ਸਗੋਂ ਇਸੇ ਭਾਸ਼ਾ ਵਿੱਚੋਂ ਹੀ ਪਛਾਣੇ ਗਏ ਹੁੰਦੇ ਹਨ। ਵਿਆਕਰਨ ਦੇ ਨਿਯਮ ਆਮ ਤੌਰ 'ਤੇ ਸਥਿਰ ਹੁੰਦੇ ਹਨ। ਹੁਣ ਆਪਾਂ ਵਿਆਕਰਨ ਦੀ ਪਰਿਭਾਸ਼ਾ ਪੜ੍ਹਾਂਗੇ। ਕਿਸੇ ਬੋਲੀ ਨੂੰ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਇਕੱਠ ਨੂੰ ਵਿਆਕਰਨ ਆਖਿਆ ਜਾਂਦਾ ਹੈ। ਕੀ ਹੁੰਦਾ? ਕਿਸੇ ਬੋਲੀ ਨੂੰ ਪੜ੍ਹਨ ਲਿਖਣ ਲਈ, ਮਤਲਬ ਪੜ੍ਹਦੇ ਹਾਂ ਆਪਾਂ ਬੋਲੀ ਨੂੰ, ਲਿਖਦੇ ਹਾਂ ਅਤੇ ਪੜ੍ਹਨ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਇਕੱਠ ਨੂੰ ਵਿਆਕਰਨ ਆਖਿਆ ਜਾਂਦਾ ਹੈ। ਅਤੇ ਬੱਚਿਓ ਵਿਆਕਰਨ ਦੇ ਚਾਰ ਅੰਗ ਹੁੰਦੇ ਹਨ ਮੁੱਖ: ਅੱਖਰ ਜਾਂ ਵਰਨਬੋਧ, ਸ਼ਬਦਬੋਧ, ਵਾਕਬੋਧ ਅਤੇ ਅਰਥਬੋਧ। ਅੱਖਰ ਜਾਂ ਵਰਨਬੋਧ ਕੀ ਹੁੰਦਾ ਬੱਚਿਓ? ਅੱਖਰ ਨੂੰ ਆਪਾਂ ਵਰਨ ਕਹਿ ਦਿੰਦੇ ਹਾਂ ਅਤੇ ਬੋਧ ਕੀ ਹੁੰਦਾ? ਗਿਆਨ। ਉਹ ਬੋਧ ਜਿਸ ਦੁਆਰਾ ਅੱਖਰਾਂ, ਲਗਾਂ ਅਤੇ ਲਗਾਖਰਾਂ ਦੀ ਸਹੀ ਵਰਤੋਂ ਦੇ ਨਿਯਮਾਂ ਦਾ ਪਤਾ ਲੱਗਦਾ ਉਸ ਨੂੰ ਵਰਨਬੋਧ ਕਿਹਾ ਜਾਂਦਾ ਹੈ। ਜਿਵੇਂ ਕੀ ਕਹਿੰਦੇ? ਉਹ ਬੋਧ ਜਿਸ ਦੁਆਰਾ ਅੱਖਰਾਂ, ਲਗਾਂ ਅਤੇ ਲਗਾਖਰਾਂ। ਅੱਖਰ ਜਿਵੇਂ ਊੜਾ, ਐੜਾ, ਈੜੀ, ਸੱਸਾ, ਇਹ ਸਾਰੇ ਕੀ ਆ? ਅੱਖਰ ਹੈ। ਲਗਾਂ ਜਿਵੇਂ ਸਿਹਾਰੀ, ਬਿਹਾਰੀ, ਹੋੜਾ, ਕਨੌੜਾ, ਇਹ ਕੀ ਆ? ਲਗਾਂ ਮਾਤਰਾਵਾਂ, ਲਗਾਂ। ਠੀਕ ਹੈ। ਅਤੇ ਲਗਾਖਰ ਕਿਹੜੇ ਹੁੰਦੇ? ਜਿਹੜੇ ਲਗਾਂ ਦੇ ਨਾਲ ਲੱਗਦੇ, ਜਿਵੇਂ ਬਿੰਦੀ, ਟਿੱਪੀ, ਅੱਧਕ, ਇਹ ਕੀ ਆਪਣੇ ਲਗਾਖਰ ਹੈ। ਤਾਂ ਇਹਨਾਂ ਦੀ ਜਿਹੜੀ ਸਹੀ ਵਰਤੋਂ ਦੇ ਨਿਯਮਾਂ ਦਾ ਆਪਾਂ ਨੂੰ ਪਤਾ ਲੱਗਦਾ ਉਸ ਨੂੰ ਆਪਾਂ ਵਰਨਬੋਧ ਕਹਿੰਦੇ ਹਾਂ। ਅੱਗੇ ਕੀ ਹੈ? ਸ਼ਬਦਬੋਧ। ਵਿਆਕਰਨ ਦੇ ਇਸ ਅੰਗ ਵਿੱਚ ਸਾਨੂੰ ਸ਼ਬਦਾਂ ਦੀ ਰਚਨਾ ਦੇ ਨਿਯਮ, ਸ਼ਬਦਾਂ ਦੇ ਰੂਪਾਂ, ਸ਼ਬਦਾਂ ਦੀ ਵੰਡ, ਸ਼ਬਦ ਰੂਪਾਂਤਰਨ ਆਦਿ ਬਾਰੇ
ਪਤਾ ਲੱਗਦਾ ਹੈ। ਸ਼ਬਦ ਜਿਵੇਂ ਹੁਣ ਸ਼ਬਦ ਹੁੰਦੇ ਆ, ਸਾਰਥਕ ਸ਼ਬਦ ਹੁੰਦੇ ਆ, ਨਿਰਾਰਥਕ ਸ਼ਬਦ ਵੀ ਹੁੰਦੇ ਆ, ਹੈ ਨਾ। ਇਹ ਆਪਾਂ ਅੱਗੇ ਜਾ ਕੇ ਇਹਨਾਂ ਬਾਰੇ ਪੜ੍ਹਾਂਗੇ ਕਿ ਸਾਰਥਕ ਸ਼ਬਦ ਹਨ। ਸਾਰਥਕ ਸ਼ਬਦ ਹੁੰਦੇ ਜਿਨ੍ਹਾਂ ਦੇ ਅਰਥ ਹੁੰਦੇ ਆ, ਨਿਰਾਰਥਕ ਹੁੰਦੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਇਸ ਤਰ੍ਹਾਂ ਵੀ ਅਲੱਗ-ਅਲੱਗ ਰੂਪ ਹੁੰਦੇ ਆ ਸ਼ਬਦ ਬੋਧ ਦੇ ਅੰਦਰ ਅੱਡ-ਅੱਡ ਤਰ੍ਹਾਂ ਦੇ ਸ਼ਬਦ ਆਉਂਦੇ ਆ। ਉਹਨਾਂ ਦੇ ਰੂਪਾਂ, ਸ਼ਬਦਾਂ ਦੀ ਵੰਡ, ਸ਼ਬਦ ਰੂਪਾਂਤਰਨ ਆਦਿ ਬਾਰੇ ਗਿਆਨ ਹੁੰਦਾ ਹੈ। ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸ਼ਬਦ ਬੋਧ ਕਹਿ ਦਿੰਦੇ ਹਾਂ। ਇਹਨਾਂ ਬਾਰੇ ਆਪਾਂ ਅੱਗੇ ਜਾ ਕੇ ਵਿਸਥਾਰਪੂਰਵਕ ਪੜ੍ਹਾਂਗੇ। ਵਾਕ ਬੋਧ। ਵਿਆਕਰਨ ਦੇ ਇਸ ਭਾਗ ਵਿੱਚ ਵਾਕਾਂ ਦੀ ਬਣਤਰ, ਕਿਸਮਾਂ, ਵਾਕ ਵਟਾਂਦਰੇ, ਵਿਸ਼ਰਾਮ ਚਿੰਨ੍ਹਾਂ ਬਾਰੇ ਵਿਚਾਰ ਕੀਤਾ ਜਾਂਦਾ ਹੈ। ਕੀ ਹੈ? ਵਾਕ ਬੋਧ ਦੇ ਵਿੱਚ ਕੀ ਹੁੰਦਾ? ਵਿਆਕਰਨ ਦੇ ਇਸ ਭਾਗ ਵਿੱਚ ਵਾਕਾਂ ਦੀ ਬਣਤਰ, ਵੀ ਵਾਕਾਂ ਦੀ ਬਣਤਰ ਕਿਵੇਂ ਹੁੰਦੀ, ਵਾਕ ਬਣਨੇ ਕਿਵੇਂ ਆ, ਉਹਨਾਂ ਦੀਆਂ ਕਿਸਮਾਂ, ਵਾਕ ਵਟਾਂਦਰੇ ਅਤੇ ਵਿਸ਼ਰਾਮ ਚਿੰਨ੍ਹਾਂ ਬਾਰੇ ਵਿਚਾਰ ਕੀਤਾ ਜਾਂਦਾ ਹੈ। ਵਿਸ਼ਰਾਮ ਚਿੰਨ੍ਹ ਜਿਵੇਂ ਉਹਦੇ ਵਿੱਚ ਵੀ ਕਈ ਵਿਸ਼ਰਾਮ ਚਿੰਨ੍ਹ ਲੱਗਦੇ ਆ ਵਾਕ ਦੇ ਅਨੁਸਾਰ, ਤਾਂ ਉਹਨਾਂ ਨੂੰ ਮਤਲਬ ਉਹਨਾਂ ਦੇ ਬਾਰੇ ਵਿਚਾਰ ਕੀਤਾ ਜਾਂਦਾ ਵਾਕ ਬੋਧ ਦੇ ਵਿੱਚ, ਇਹਨਾਂ ਸਾਰੀਆਂ ਚੀਜ਼ਾਂ ਬਾਰੇ। ਅਰਥਬੋਧ। ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ। ਕੀ ਹੈ? ਅਰਥ। ਹੁਣ ਜਿਵੇਂ ਕੋਈ ਵੀ ਆਪਾਂ ਸ਼ਬਦ ਲਿਖਦੇ ਹਾਂ ਤਾਂ ਉਹਦਾ ਕੋਈ ਨਾ ਕੋਈ ਅਰਥ ਹੁੰਦਾ ਹੈ, ਤਾਂ ਉਹ ਉਸੇ ਹੀ ਮਤਲਬ ਅਰਥਬੋਧ। ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ। ਇਸ ਵਿੱਚ ਬਹੁ ਅਰਥਕ ਸ਼ਬਦ, ਸਮਾਨ ਅਰਥਕ ਸ਼ਬਦ ਅਤੇ ਬਹੁਤੇ ਸ਼ਬਦਾਂ ਤਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਸ਼ਬਦ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਬਹੁ ਅਰਥਕ ਸ਼ਬਦ ਰਾਜੇ ਜਿਵੇਂ ਕਈ ਸ਼ਬਦਾਂ ਦੇ, ਹਰ ਸ਼ਬਦ ਦੇ ਕਈ ਮਤਲਬ ਕੋਈ ਇੱਕ ਸ਼ਬਦ ਹੁੰਦਾ ਉਸਦੇ ਕਈ ਅਰਥ ਨਿਕਲਦੇ ਆ, ਉਹ ਬਹੁ ਅਰਥਕ ਸ਼ਬਦ ਹੋ ਜਾਂਦੇ ਆ। ਸਮਾਨ ਅਰਥਕ ਵੀ ਆਪਾਂ ਇੱਕ ਸ਼ਬਦ ਨੂੰ ਹੋਰ ਕੀ ਕਹਿ ਦਿੰਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਅੱਗੇ ਜਾ ਕੇ ਵਿਸਥਾਰਪੂਰਵਕ ਪੜ੍ਹਾਂਗੇ। ਤਾਂ ਬਹੁਤੇ ਸ਼ਬਦਾਂ ਤਾਂ ਇੱਕ ਸ਼ਬਦ, ਵੀ ਜਿਵੇਂ ਹੁਣ ਆਪਾਂ ਕਹਿ ਦਿੰਦੇ ਵੀ ਉਸ ਨੂੰ ਦੁੱਧ ਵੇਚਣ ਵਾਲੇ ਨੂੰ ਕੀ ਕਹਿ ਦਿੰਦੇ ਆ? ਦੋਧੀ। ਹੁਣ ਆਪਾਂ ਕਿੱਥੇ ਤਾਂ ਆਪਾਂ ਐਂ ਕਹਿਣਾ ਕਿ ਉਹ ਦੁੱਧ ਵੇਚਣ ਵਾਲਾ ਹੈ, ਅਤੇ ਕਿੱਥੇ ਆਪਾਂ ਇੱਕ ਵਰਡ 'ਚ ਕਹਿ ਦਾਂਗੇ ਇਹ ਦੋਧੀ, ਹੈ ਨਾ। ਤਾਂ ਉਸ ਤਰ੍ਹਾਂ ਮਤਲਬ ਕੀ ਹੈ? ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਇਹ ਹੁੰਦਾ, ਠੀਕ ਹੈ। ਵਿਰੋਧਾਰਥਕ ਸ਼ਬਦ ਜਿਹੜੇ ਉਲਟ ਸ਼ਬਦ ਨਿਕਲਦੇ ਆ, ਉਲਟ ਅਰਥ ਨਿਕਲਦੇ ਆ ਦੂਜੇ ਸ਼ਬਦਾਂ ਦੇ, ਵਿਰੋਧਾਰਥਕ ਸ਼ਬਦ ਹੋ ਗਏ। ਅਤੇ ਇਹ ਸਾਰੇ ਚੀਜ਼ਾਂ ਜਿਹੜੀਆਂ ਉਹ ਅਰਥਬੋਧ ਦੇ ਵਿੱਚ ਆ ਜਾਂਦੀਆਂ। ਅਤੇ ਇਹ ਕੀ ਹੈ? ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ। ਅਤੇ ਇਹਨਾਂ ਚੀਜ਼ਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਆ ਉਹ ਇਹੀ ਜਿਹੜਾ ਵਿਆਕਰਨ ਦਾ ਇੱਕ ਅੰਗ ਹੈ, ਉਹਦੇ ਵਿੱਚ ਅਰਥਾਂ ਬਾਰੇ ਅਰਥਬੋਧ ਦਾ ਗਿਆਨ ਹੁੰਦਾ, ਠੀਕ ਹੈ। ਅਤੇ ਇਹ ਇਸ ਤਰ੍ਹਾਂ ਬੱਚੇ ਤੁਸੀਂ ਪਾਠ ਦਾ ਦੁਹਰਾਓ, ਇਹ ਵੀ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ, ਠੀਕ ਹੈ। ਅਤੇ ਇਸ ਦੇ ਜਿਹੜੀ ਬੈਕ ਐਕਸਰਸਾਈਜ਼ ਹੈ, ਅਭਿਆਸ ਦੇ ਪ੍ਰਸ਼ਨ ਉੱਤਰ ਹੈ, ਉਹ ਤੁਸੀਂ ਆਪਣੀ ਪਾਠ ਪੁਸਤਕ ਦੇ ਉੱਪਰ ਕਰਨੇ ਹਨ। ਅਤੇ ਇਸ ਦੇ ਬੱਚੇ 2 ਪ੍ਰਸ਼ਨ ਆ, ਵਿਆਕਰਨ ਦੀ ਪਰਿਭਾਸ਼ਾ ਲਿਖੋ ਅਤੇ ਵਿਆਕਰਨ ਦੇ ਅੰਗਾਂ ਦੇ ਨਾਂ ਲਿਖੋ। ਇਹ ਤੁਸੀਂ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਆਪਣੀ ਕਾਪੀ ਉੱਪਰ ਲਿਖਣੇ ਹਨ, ਅਤੇ ਇਸ ਨੂੰ ਪਾਠ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਵੀ ਹੈ। ਧੰਨਵਾਦ।